ਬ੍ਰਿਟਿਸ਼ ਕੋਲੰਬੀਆ ਦੇ ਕਈ ਖੇਤਰਾਂ ਵਿੱਚ ਬਰਫੀਲੇ ਤੂਫਾਨ ਦੀ ਚੇਤਾਵਨੀ ਦੇ ਨਾਲ ਹੀ ਗੁਰੂ ਘਰਾਂ ਦੇ ਵੱਲੋਂ ਮਦਦ ਦੇ ਵਾਸਤੇ ਹੱਥ ਅੱਗੇ ਵਧਾਇਆ ਗਿਆ। ਦਵਾਂਗੇ ਇਸ ਦੇ ਬਾਰੇ ਪੂਰੀ ਜਾਣਕਾਰੀ। ਓਨਟਾਰੀਓ ਵਿੱਚ ਸਕੂਲਾਂ ਨੂੰ ਬੰਦ ਨਾ ਕਰਨ ਦੀ ਮੰਗ। 500 ਦੇ ਕਰੀਬ ਡਾਕਟਰਾਂ ਨੇ ਓਨਟਾਰੀਓ ਦੇ ਪ੍ਰੀਮੀਅਰ ਨੂੰ ਭੇਜੀ ਚਿੱਠੀ। ਦੱਸਾਂਗੇ ਕੀ ਕੁਝ ਲਿਖਿਆ ਗਿਆ ਚਿੱਠੀ ਵਿੱਚ। ਨੂਨਾਵਤ ਦੇ ਵਿੱਚ ਜਿਵੇਂ ਕਿ ਲੋਕਡਾਊਨ ਦਾ ਐਲਾਨ ਕੀਤਾ ਗਿਆ ਸੀ, ਹੁਣ ਲੋਕਡਾਊਨ ਦੀਆਂ ਤਰੀਕਾਂ ਨੂੰ ਅੱਗੇ ਹੋਰ ਵਧਾਇਆ ਗਿਆ। ਵਿਕਟੋਰੀਆ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੁਲਿਸ ਵਾਲੇ ਨੂੰ ਗੱਡੀ ਦੇ ਨਾਲ ਘਸੀਟਦਾ ਹੋਇਆ ਇੱਕ ਵਿਅਕਤੀ ਕਈ ਮੀਟਰ ਤੱਕ ਲੈ ਗਿਆ। ਦੱਸਾਂਗੇ ਕੀ ਇਹ ਪੂਰਾ ਮਾਮਲਾ। ਓਨਟਾਰੀਓ ਵਿੱਚ ਇੱਕ ਔਰਤ ਦੇ ਉੱਤੇ ਕਈ ਮਾਮਲੇ ਦਰਜ ਜੋ ਕਿ ਆਪਣੇ ਇੱਕ ਨਵਜੰਮੇ ਬੱਚੇ ਨੂੰ ਘਰ ਦੇ ਅੱਗੇ ਛੱਡ ਕੇ ਜਾ ਰਹੀ ਸੀ। ਇਸ ਨਾਲ ਹੀ ਓਟਵਾ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਇੱਕ 10 ਸਾਲ ਦੀ ਬੱਚੀ ਦੀ ਜਾਨ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੱਸਾਂਗੇ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੁਰੂ ਘਰਾਂ ਦੇ ਵੱਲੋਂ ਮਦਦ ਦੇ ਵਾਸਤੇ ਹੱਥ ਅੱਗੇ ਵਧਾਇਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿੱਖ ਭਾਈਚਾਰੇ ਦੇ ਵੱਲੋਂ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਇੱਕ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ ਜੋ এনवायरमेंट ਕੈਨੇਡਾ ਨੇ ਬਰਫ਼ਬਾਰੀ ਨੂੰ ਲੈ ਕੇ ਤਾਜ਼ਾ ਚੇਤਾਵਨੀ ਜਾਰੀ ਕੀਤੀ ਹੈ। ਉਸ ਤੋਂ ਬਾਅਦ ਖਾਸ ਤੌਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਗੁਰੂ ਘਰ ਸਾਰਿਆਂ ਦੇ ਵਾਸਤੇ ਖੁੱਲੇ ਨੇ ਜੋ ਇਸ ਸਮੇਂ ਬਰਫੀਲੇ ਤੂਫਾਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਜੇਕਰ ਕਿਸੇ ਨੂੰ ਇੱਕਦਮ ਕਿਤੇ ਸ਼ੈਲਟਰ ਦੀ ਲੋੜ ਪੈਂਦੀ ਹੈ ਤਾਂ ਉਹ ਆਪਣੇ ਨੇੜੇ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਸਕਦੇ ਨੇ ਜਿੱਥੇ ਕਿ ਉਹਨਾਂ ਨੂੰ ਰਹਿਣ ਦੇ ਲਈ ਥਾਂ ਵੀ ਮਿਲੇਗੀ ਆਰਜ਼ੀ ਤੌਰ ਦੇ ਉੱਤੇ, ਵਾਸ਼ਰੂਮ ਵੀ ਮਿਲਣਗੇ ਵਰਤੋਂ ਦੇ ਵਾਸਤੇ। ਇਸ ਦੇ ਨਾਲ ਹੀ ਉਹ ਮੈਡੀਟੇਸ਼ਨ ਵੀ ਕਰਨਾ ਚਾਹਣ ਤਾਂ ਕਰ ਸਕਣਗੇ ਤੇ ਨਾਲ ਹੀ ਗਰਮ ਭੋਜਨ ਵੀ ਮਿਲੇਗਾ ਲੰਗਰ ਦੇ ਰੂਪ ਵਿੱਚ, ਜਿਸ ਦੇ ਬਾਰੇ ਥਾਂ ਦੇ ਉੱਤੇ ਜਾਣਕਾਰੀ ਪਹੁੰਚਾਈ ਜਾ ਰਹੀ ਹੈ। ਵੱਖੋ ਵੱਖਰੇ ਭਾਈਚਾਰੇ ਇਸ ਜਾਣਕਾਰੀ ਨੂੰ ਸਾਂਝੇ ਵੀ ਕਰ ਰਹੇ ਨੇ, ਸਿੱਖ ਭਾਈਚਾਰੇ ਤੋਂ ਇਲਾਵਾ ਵੀ, ਜਿਨ੍ਹਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਿਰਫ ਇੱਕ ਹਦਾਇਤ ਦੀ ਪਾਲਣਾ ਕਰਨੀ ਹੋਵੇਗੀ ਕਿ ਜੋ ਜੁੱਤੇ ਪਾਉਣੇ ਨੇ ਉਹ ਬਾਹਰ ਖੋਲੇ ਜਾਣਗੇ, ਉਹ ਅੰਦਰ ਨਹੀਂ ਆ ਸਕਦੇ ਤੇ ਨਾਲ ਹੀ ਸਿਰ ਢੱਕ ਕੇ ਆਉਣਾ ਹੈ ਤੇ ਨਾਲ ਹੀ ਜ਼ਰੂਰੀ ਇਹ ਵੀ ਹੈ ਕਿ ਕੋਈ ਨਸ਼ਾ ਕਰਕੇ ਜਾਂ ਫਿਰ ਕਿਸੇ ਤਰ੍ਹਾਂ ਵੀ ਕਿਸੇ ਸ਼ਰਾਬ ਦਾ ਸੇਵਨ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆ ਸਕਦਾ। ਬਾਕੀ ਸਾਰਿਆਂ ਨੂੰ ਇਜਾਜ਼ਤ ਹੋਵੇਗੀ, ਜਿਸ ਨੂੰ ਵੀ ਕਿਸੇ ਨੂੰ ਲੋੜ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆ ਸਕਦੇ ਨੇ। ਕਿਸੇ ਵੀ ਧਰਮ ਦੇ ਨਾਲ, ਕਿਸੇ ਵੀ ਜਾਤ ਦੇ ਨਾਲ, ਕਿਸੇ ਵੀ ਥਾਂ ਤੋਂ ਕੋਈ ਸੰਬੰਧਿਤ ਹੋਵੇ, ਇਹ ਵੀ ਖਾਸ ਤੌਰ ਦੇ ਉੱਤੇ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕੋਈ ਵੀ ਸਟੇਟਸ ਹੋਵੇ, ਕਿਸੇ ਨੂੰ ਵੀ ਇਹ ਮਹਿਸੂਸ ਕਰਨ ਦੀ ਲੋੜ ਨਹੀਂ ਹੈ ਕਿ ਉਹਨਾਂ ਦੇ ਨਾਲ ਕੋਈ ਗਲਤ ਵਤੀਰਾ ਹੋ ਸਕਦਾ ਹੈ ਜਾਂ ਫਿਰ ਉਹ ਅਣਜਾਣ ਮਹਿਸੂਸ ਕਰਨਗੇ। ਅਜਿਹਾ ਨਹੀਂ ਹੈ। ਗੁਰਦੁਆਰਾ ਸਾਹਿਬ ਜਿੰਨੇ ਵੀ ਨੇ ਉੱਥੇ ਜਾ ਕੇ ਉਹ ਸ਼ਰਨ ਲੈ ਸਕਦੇ ਨੇ ਤੇ ਅਜਿਹੀ ਠੰਡ ਵਿੱਚ ਆਪਣੇ ਆਪ ਨੂੰ ਬਚਾ ਸਕਦੇ ਨੇ ਜਿੱਥੇ ਕਿ ਭੋਜਨ ਸਮੇਤ ਹੋਰ ਸਾਰੀਆਂ ਸਹੂਲਤਾਂ ਮਿਲਣਗੀਆਂ। ਹੁਣ ਤੁਹਾਨੂੰ ਦੱਸਦੇ ਹਾਂ ਕਿ ਜੋ ਵਾਤਾਵਰਣ ਵਿਭਾਗ ਨੇ ਬਰਫ਼ਬਾਰੀ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਰ ਚੇਤਾਵਨੀ ਜਾਰੀ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਵਾਸਤੇ এনवायरमेंट ਕੈਨੇਡਾ ਵਿਭਾਗ ਨੇ ਨਵੀਂ ਚੇਤਾਵਨੀ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਬੁੱਧਵਾਰ ਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿੱਚ ਕਈ ਥਾਵਾਂ ਦੇ ਉੱਤੇ ਹੋਰ ਜ਼ਿਆਦਾ ਬਰਫ਼ਬਾਰੀ ਪਵੇਗੀ ਤੇ ਇਸ ਦੇ ਨਾਲ ਹੀ ਠੰਡ ਹੋਰ ਜ਼ਿਆਦਾ ਪੈਣ ਦੇ ਬਾਰੇ ਵੀ ਨਵੀਆਂ ਚੁਣੌਤੀਆਂ ਆਉਣ ਦੇ ਬਾਰੇ ਕਿਹਾ ਗਿਆ ਹੈ। ਦਰਅਸਲ ਇਸ ਸਮੇਂ ਤਾਪਮਾਨ ਕਰੀਬ -8 ਡਿਗਰੀ ਤੱਕ ਪਹੁੰਚ ਰਿਹਾ ਹੈ ਤੇ ਠੰਡ ਕਾਫੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਜਿਸ ਦੇ ਬਾਰੇ ਅਧਿਕਾਰੀਆਂ ਨੇ ਵੀ ਜਾਣਕਾਰੀ ਦਿੱਤੀ ਸੀ। ਲੋਅਰ ਮੇਨਲੈਂਡ ਖੇਤਰ ਦੀ ਜੇਕਰ ਗੱਲ ਕਰੀਏ, ਇਸੇ ਦੇ ਬਾਰੇ ਚੇਤਾਵਨੀ ਤੇ ਇਹ ਜਾਣਕਾਰੀ ਇਸ ਕਰਕੇ ਸਾਂਝੀ ਕੀਤੀ ਜਾਂਦੀ ਹੈ ਕਿਉਂਕਿ ਹੋਰ ਸੂਬਿਆਂ ਦੇ ਵਿੱਚ ਤਾਂ ਜੋ ਠੰਡ ਹੈ ਜਿਵੇਂ ਪਿਛਲੇ ਸਾਲ ਸੀ ਉਸੇ ਤਰ੍ਹਾਂ ਹੀ, ਪਰ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵਾਰ ਠੰਡ ਪੈ ਰਹੀ ਹੈ ਉਹ ਕਾਫੀ ਜ਼ਿਆਦਾ ਰਿਕਾਰਡ ਤੋੜ ਚੁੱਕੀ ਹੈ ਤੇ ਕਾਫੀ ਜ਼ਿਆਦਾ ਮੰਫੀ ਤਾਪਮਾਨ ਹੈ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਨਹੀਂ ਗਿਆ ਸੀ ਜੋ ਇਸ ਵਾਰ ਜਾ ਰਿਹਾ ਹੈ। ਹੋਰ ਸੂਬਿਆਂ ਵਿੱਚ ਠੰਡ ਪਹਿਲਾਂ ਨਾਲੋਂ ਵਧੀ ਤਾਂ ਹੈ ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਭ ਤੋਂ ਜ਼ਿਆਦਾ ਠੰਡ ਵਧੀ ਹੋਈ ਪਾਈ ਜਾ ਰਹੀ ਹੈ ਜੋ ਕਿ ਕਲਾਈਮੇਟ ਚੇਂਜ ਯਾਨੀ ਕਿ ਵਾਤਾਵਰਣ 'ਚ ਹੋ ਰਹੀਆਂ ਤਬਦੀਲੀਆਂ ਦਾ ਅਸਰ ਪਾਇਆ ਜਾ ਰਿਹਾ ਹੈ, ਜਿਸ ਦੇ ਬਾਰੇ এনवायरमेंट ਕੈਨੇਡਾ ਨੇ ਸਨੋਫਾਲ ਯਾਨੀ ਕਿ ਬਰਫ਼ਬਾਰੀ ਦੀ ਨਵੀਂ ਚੇਤਾਵਨੀ ਨੂੰ ਜਾਰੀ ਕਰਦੇ ਹੋਏ ਕਿਹਾ ਹੈ ਕਿ 15 ਸੈਂਟੀਮੀਟਰ ਤੱਕ ਬਰਫ਼ ਹੋਰ ਪੈ ਸਕਦੀ ਹੈ ਜੋ ਕਿ ਪ੍ਰਿੰਸ ਜਾਰਜ ਦੇ ਵਾਸਤੇ ਵੀ ਕਿਹਾ ਗਿਆ। ਇਸ ਦੇ ਨਾਲ ਹੀ ਸੈਂਟਰਲ ਇੰਟੀਰੀਅਰ ਖੇਤਰ ਨੇ ਜੋ ਵੀਰਵਾਰ ਤੱਕ ਬਰਫ਼ਬਾਰੀ ਹੋਣ ਦੇ ਬਾਰੇ ਉੱਥੇ ਕਿਹਾ ਗਿਆ ਹੈ। ਵੈਨਕੂਵਰ ਆਈਲੈਂਡ, ਮੈਟਰੋ ਵੈਨਕੂਵਰ ਤੇ ਇਹਨਾਂ ਥਾਵਾਂ ਦੇ ਵਾਸਤੇ 10 ਸੈਂਟੀਮੀਟਰ ਤੱਕ ਹੋਰ ਜ਼ਿਆਦਾ ਬਰਫ਼ਬਾਰੀ ਪੈਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਓਕਾਨਾਗਰ ਵੈਲੀ ਦੇ ਵਿੱਚ ਵੀ 5 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਣ ਦੇ ਬਾਰੇ ਦੱਸਿਆ ਗਿਆ ਤੇ ਕਲੋਨਾ ਦੇ ਵਾਸਤੇ ਵੀ ਜੋ ਬੁੱਧਵਾਰ ਦੀ ਰਾਤ ਨੂੰ ਇਹ ਬਰਫ਼ ਪਵੇਗੀ, ਜਿਸ ਦੇ ਨਾਲ ਹੀ ਜਦੋਂ ਚੇਤਾਵਨੀ ਦਿੱਤੀ ਗਈ ਹੈ ਤਾਂ ਨਾਰਦਰਨ BC ਯਾਨੀ ਕਿ ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਹਿਸੂਸ ਕੁਝ ਇਸ ਤਰ੍ਹਾਂ ਹੋਵੇਗਾ ਜਿਵੇਂ ਕਿ -40 ਡਿਗਰੀ ਦੇ ਤਾਪਮਾਨ ਦੇ ਵਿੱਚ ਮਹਿਸੂਸ ਹੁੰਦਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਮੌਕੇ ਆਪਣਾ ਧਿਆਨ ਰੱਖਿਆ ਜਾਵੇ। ਇਹ ਠੰਡ ਕਈਆਂ ਦੇ ਲਈ ਜਾਨਲੇਵਾ ਵੀ ਹੋ ਸਕਦੀ ਹੈ ਜਿਸ ਕਰਕੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।
ਅੱਗੇ ਜਾਣਕਾਰੀ ਜੋ ਸੈਂਕੜੇ ਡਾਕਟਰਾਂ ਨੇ ਓਨਟਾਰੀਓ ਦੇ ਪ੍ਰੀਮੀਅਰ ਨੂੰ ਚਿੱਠੀ ਭੇਜੀ ਹੈ ਉਸ ਦੇ ਬਾਰੇ। ਜਿਵੇਂ ਕਿ ਓਨਟਾਰੀਓ ਵਿੱਚ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਸੀ ਕਿ ਉਹ ਵਿਚਾਰ ਕਰ ਰਹੇ ਨੇ ਕਿ ਜਨਵਰੀ ਮਹੀਨੇ ਬੱਚਿਆਂ ਦੇ ਵਾਸਤੇ ਸਕੂਲ ਨਾ ਖੋਲ੍ਹੇ ਜਾਣ, ਤਾਂ ਦੂਜੇ ਪਾਸੇ ਓਨਟਾਰੀਓ ਤੋਂ ਹੀ ਸੈਂਕੜੇ ਡਾਕਟਰਾਂ ਨੇ ਇੱਕ ਚਿੱਠੀ ਭੇਜੀ ਹੈ ਪ੍ਰੀਮੀਅਰ ਡਗ ਫੋਰਡ ਨੂੰ, ਜਿਸ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੇ ਵਾਸਤੇ ਜਨਵਰੀ ਮਹੀਨੇ ਸਕੂਲ ਬੰਦ ਨਾ ਕੀਤੇ ਜਾਣ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਤਾਂ ਅਸਰ ਪੈਂਦਾ ਹੀ ਹੈ, ਸਗੋਂ ਉਹਨਾਂ ਦੇ ਸਮਾਜ ਦੇ ਵਿੱਚ ਵਿਚਰਨ ਸੰਬੰਧੀ ਆਦਤਾਂ ਤੇ ਨਾਲ ਹੀ ਉਹਨਾਂ ਦੇ ਸਰੀਰਕ ਤੇ ਮਾਨਸਿਕ ਸਿਹਤ ਦੇ ਉੱਤੇ ਵੀ ਇਸ ਦਾ ਅਸਰ ਪਵੇਗਾ, ਜਿਸ ਦੇ ਵਿੱਚ ਜੇਕਰ ਉਹਨਾਂ ਨੂੰ ਸਕੂਲ ਵਿੱਚ ਜਾਣ ਦਾ ਮੌਕਾ ਨਾ ਦਿੱਤਾ ਗਿਆ, ਜੋ ਕਿ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਇਹ ਚਿੱਠੀ ਪ੍ਰੀਮੀਅਰ ਡਗ ਫੋਰਡ ਦੇ ਸਮੇਤ ਸਿੱਖਿਆ ਮੰਤਰੀ ਸਟੀਫਨ ਲੀਸ ਨੂੰ ਵੀ ਭੇਜੀ ਗਈ ਹੈ ਤੇ ਨਾਲ ਹੀ ਓਨਟਾਰੀਓ ਦੇ ਚੀਫ ਮੈਡੀਕਲ ਆਫਿਸਰ ਆਫ ਹੈਲਥ ਡਾਕਟਰ ਕੇਰਨ ਮੂਰ ਨੂੰ ਵੀ ਭੇਜੀ ਗਈ ਹੈ, ਜਿਸ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਮਾਰਚ 2020 ਤੋਂ ਲੈ ਕੇ ਹੁਣ ਤੱਕ ਸਕੂਲਾਂ ਵਿੱਚ ਬੱਚਿਆਂ ਨੂੰ ਨਾ ਭੇਜਣ ਜਾਂ ਫਿਰ ਬਹੁਤ ਘੱਟ ਸਮੇਂ ਦੇ ਵਾਸਤੇ ਭੇਜਣ ਤੋਂ ਬਾਅਦ ਉਹਨਾਂ ਦੇ ਮਾਨਸਿਕ ਤੇ ਸਰੀਰਕ ਸਿਹਤ ਦੇ ਉੱਤੇ ਕਾਫੀ ਅਸਰ ਪੈ ਰਿਹਾ ਹੈ, ਜੋ ਕਿ ਲੰਮੇ ਚਿਰ ਦੇ ਵਾਸਤੇ ਦਿਖਾਈ ਦੇ ਸਕਦਾ ਹੈ ਤੇ ਉਹਨਾਂ ਦੇ ਜੋ ਜੀਵਨ ਦਾ ਇਸ ਸਮੇਂ ਪੜਾਅ ਚੱਲ ਰਿਹਾ ਹੈ ਵੱਖੋ ਵੱਖਰੇ ਉਮਰ ਵਰਗ ਦੇ ਵਿੱਚ, ਉਸ ਦਾ ਵੀ ਨੁਕਸਾਨ ਹੋ ਰਿਹਾ ਹੈ, ਜੋ ਉਹਨਾਂ ਦੇ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ, ਜਿਸ ਨੂੰ ਲੈ ਕੇ ਕਿਹਾ ਗਿਆ ਕਿ ਸਕੂਲ ਬੰਦ ਨਾ ਕੀਤੇ ਜਾਣ, ਉਹ ਸਕੂਲ ਦੇ ਵਿੱਚ ਜਾਣ, ਬੱਚਿਆਂ ਦੇ ਨਾਲ ਇੱਕ ਦੂਜੇ ਦੇ ਨਾਲ ਰਹਿਣ ਦੀ ਆਦਤ ਉਹਨਾਂ ਨੂੰ ਪਵੇ ਤੇ ਨਾਲ ਹੀ ਮਾਨਸਿਕ ਤੌਰ ਦੇ ਉੱਤੇ ਹੋਰ ਉਹ ਮਜ਼ਬੂਤ ਹੋ ਸਕਦੇ ਨੇ ਇਸ ਨਾਲ, ਕਿਉਂਕਿ ਜੇਕਰ ਬੱਚੇ ਘਰ ਹੀ ਰਹਿੰਦੇ ਨੇ ਪੂਰਾ ਸਮਾਂ ਤਾਂ ਇਸ ਦੇ ਨਾਲ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ, ਜਿਸ ਸੰਬੰਧੀ ਇਹ ਮੰਗ ਕੀਤੀ ਜਾ ਰਹੀ ਹੈ। ਅਗਲੇ ਹਫ਼ਤੇ ਸਕੂਲਾਂ ਦੇ ਵਿੱਚ ਓਨਟਾਰੀਓ 'ਚ ਵਿਦਿਆਰਥੀ ਆਉਣਗੇ ਜਾਂ ਨਹੀਂ, ਇਹ ਹੁਣ ਓਨਟਾਰੀਓ ਸਰਕਾਰ ਦੇ ਐਲਾਨ ਦੇ ਉੱਤੇ ਨਿਰਭਰ ਕਰੇਗਾ, ਜਿਸ ਦੇ ਬਾਰੇ ਐਲਾਨ ਆਉਂਦੇ ਕੁਝ ਦਿਨਾਂ ਦੇ ਵਿੱਚ ਓਨਟਾਰੀਓ ਸਰਕਾਰ ਕਰਨ ਜਾ ਰਹੀ ਹੈ। ਪ੍ਰੀਮੀਅਰ ਡਗ ਫੋਰਡ ਨੇ ਪਹਿਲਾਂ ਹੀ ਇਸ ਦੀ ਜਾਣਕਾਰੀ ਦੇ ਦਿੱਤੀ ਸੀ। ਹੁਣ ਤੁਹਾਨੂੰ ਦੱਸਾਂਗੇ ਨੁਨਾਵਤ ਦੇ ਵਿੱਚ ਲੋਕਡਾਊਨ ਦੀਆਂ ਤਰੀਕਾਂ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ ਹੈ ਤੇ ਕੀ ਇਹ ਪੂਰੀ ਜਾਣਕਾਰੀ। ਕੈਨੇਡਾ ਵਿੱਚ ਨੁਨਾਵਤ ਤੋਂ ਸਰਕਾਰ ਨੇ ਮੁੜ ਤੋਂ ਐਲਾਨ ਕਰ ਦਿੱਤਾ ਹੈ, ਜਿੱਥੇ ਕਿ ਜੋ ਲੋਕਡਾਊਨ ਪਹਿਲਾਂ ਐਲਾਨਿਆ ਗਿਆ ਸੀ ਉਸ ਨੂੰ ਹੋਰ ਅੱਗੇ ਤੱਕ ਵਧਾ ਦਿੱਤਾ ਗਿਆ ਹੈ। ਜੋ ਪਹਿਲਾਂ ਇਸੇ ਸਾਲ ਤੱਕ ਸੀ, ਹੁਣ ਇਹ ਜਨਵਰੀ 17 ਤੱਕ ਲਾਗੂ ਕਰ ਦਿੱਤਾ ਗਿਆ ਹੈ। ਕੋਵਿਡ-19 ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ, ਜਿਸ ਤੋਂ ਬਾਅਦ ਤੁਰੰਤ ਲੋਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਈ ਪਬਲਿਕ ਸਹੂਲਤਾਂ ਦੇਣ ਵਾਲੀਆਂ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ। ਲਾਇਬ੍ਰੇਰੀਜ਼, ਜਿਮ, ਐਰੀਨਾਸ, ਚਰਚ, ਇਹਨਾਂ ਸਭ ਨੂੰ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਤੇ ਜੋ ਰੈਸਟੋਰੈਂਟ ਨੇ ਉਹਨਾਂ ਵਿੱਚ ਡਾਈਨ ਇਨ ਸਰਵਿਸ ਬੰਦ ਕਰ ਦਿੱਤੀ ਗਈ, ਜਿੱਥੇ ਕਿ ਸਿਰਫ ਡਰਾਈਵ ਥਰੂ ਜਾਂ ਫਿਰ ਟੇਕ ਆਊਟ ਹੀ ਇਜਾਜ਼ਤ ਹੈ ਕਿ ਕੀਤਾ ਜਾ ਸਕਦਾ ਹੈ। ਜੋ ਇਸ ਦੇ ਬਾਰੇ ਐਲਾਨ ਕੀਤਾ ਗਿਆ ਉਹ ਵੱਖੋ ਵੱਖਰੀਆਂ ਥਾਵਾਂ ਦੇ ਵਾਸਤੇ ਵੱਖੋ ਵੱਖਰੇ ਵਪਾਰਾਂ ਦੇ ਲਈ ਲਾਗੂ ਹੈ। ਸਿਰਫ ਜ਼ਰੂਰੀ ਵਪਾਰ ਨੇ ਜੋ ਨੁਨਾਵਤ ਦੇ ਵਿੱਚ ਉਹ ਹੀ ਖੁੱਲੇ ਨੇ ਤੇ ਇਸ ਲੋਕਡਾਊਨ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ ਹੈ। ਹੁਣ ਤੱਕ ਸੂਬੇ ਦੇ ਵਿੱਚ ਨਵੇਂ ਕੋਵਿਡ-19 ਦੇ 74 ਮਾਮਲੇ ਸਾਹਮਣੇ ਆਏ ਨੇ ਵੱਖੋ ਵੱਖਰੇ 8 ਭਾਈਚਾਰਿਆਂ ਤੋਂ, ਜਿਸ ਦੇ ਬਾਰੇ ਇਹ ਵੀ ਦੱਸਿਆ ਗਿਆ ਕਿ 21 ਦਸੰਬਰ ਨੂੰ ਕੋਈ ਵੀ ਮਾਮਲਾ ਨਵਾਂ ਸਾਹਮਣੇ ਨਹੀਂ ਆਇਆ। ਜੋ ਇਹ ਘੱਟ ਗਿਣਤੀ ਦੇ ਵਿੱਚ ਵੀ ਮਾਮਲੇ ਸਾਹਮਣੇ ਆਏ ਕਿ ਲਗਾਤਾਰ ਇਸ ਦੇ ਵਿੱਚ ਵਾਧਾ ਨਾ ਹੋ ਜਾਵੇ ਕਿਤੇ, ਜਿਸ ਦੇ ਵਾਸਤੇ ਤੁਰੰਤ ਪਹਿਲਾਂ ਹੀ ਕਦਮ ਚੁੱਕ ਲਏ ਗਏ ਤੇ ਨੁਨਾਵਤ ਦੇ ਵਿੱਚ ਲੋਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਜਿੱਥੇ ਇੱਕ ਪਾਸੇ ਲੋਕਡਾਊਨ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਇਸ ਲੋਕਡਾਊਨ ਦੇ ਕਰਕੇ ਜਿਹੜੇ ਵੀ ਵਪਾਰ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਦੇ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ, ਜੋ ਕਿ ਫੈਡਰਲ ਸਰਕਾਰ ਦੇ ਵੱਲੋਂ ਵੀ ਮਦਦ ਦਿੱਤੀ ਜਾਵੇਗੀ। ਵਿਕਟੋਰੀਆ ਵਿੱਚ ਇੱਕ ਪੁਲਿਸ ਵਾਲੇ ਦੇ ਨਾਲ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਇੱਕ ਡਰਾਈਵਰ ਗੱਡੀ ਨੂੰ ਨਾ ਰੋਕਦਾ ਹੋਇਆ ਨਾਲ ਹੀ ਘਸੀਟ ਕੇ ਲੈ ਗਿਆ ਪੁਲਿਸ ਵਾਲੇ ਨੂੰ ਕਈ ਮੀਟਰ ਤੱਕ। ਵਿਕਟੋਰੀਆ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਉਹਨਾਂ ਨੇ ਇੱਕ ਵੈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਵੈਨ ਦਾ ਡਰਾਈਵਰ ਅੱਗੇ ਰੁਕਿਆ ਨਹੀਂ, ਜਿਸ ਤੋਂ ਬਾਅਦ ਉਹ ਇੱਕ ਪੁਲਿਸ ਅਧਿਕਾਰੀ ਨੂੰ ਵੀ ਨਾਲ ਹੀ ਕੁਝ ਮੀਟਰ ਤੱਕ ਘਸੀਟਦਾ ਹੋਇਆ ਲੈ ਗਿਆ, ਜਿਸ ਤੋਂ ਬਾਅਦ ਵਿਕਟੋਰੀਆ ਪੁਲਿਸ ਦਾ ਉਹ ਅਧਿਕਾਰੀ ਜ਼ਖਮੀ ਹੈ, ਜਿਸ ਦੀ ਲੱਤ ਦੇ ਉੱਤੇ ਸੱਟ ਲੱਗੀ ਹੈ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦਰਅਸਲ ਇਹ ਬੁੱਧਵਾਰ ਨੂੰ ਸਵੇਰੇ 3 ਵਜੇ ਦਾ ਮਾਮਲਾ ਹੈ, ਜਦੋਂ ਵਿਕਟੋਰੀਆ ਪੁਲਿਸ ਅਧਿਕਾਰੀਆਂ ਨੇ ਪਾਇਆ ਕਿ ਇੱਕ ਵੈਨ ਜੋ ਕਿ ਪੰਡੋਰਾ ਐਵੇਨਿਊ ਦੇ ਉੱਤੇ ਆਈ ਬਲੈਂਸ਼ਰਡ ਸਟਰੀਟ ਉੱਤੇ ਤੋਂ, ਤਾਂ ਉਹ ਗਲਤ ਸੜਕ ਦੇ ਉੱਤੇ ਜਾ ਰਹੀ ਸੀ ਜੋ ਕਿ 1 ਵੇ ਸਟਰੀਟ ਸੀ। ਵਿਕਟੋਰੀਆ ਪੁਲਿਸ ਨੇ ਤੁਰੰਤ ਲਾਈਟਾਂ ਲਗਾ ਕੇ ਉਸ ਵੈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਸ ਵੈਨ ਦੀ ਲਾਇਸੈਂਸ ਪਲੇਟ ਦੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਉਸ ਦੇ ਮਾਲਕ ਨੂੰ ਇੱਕ ਕਤਲ ਤੋਂ ਵੀ ਦੋਸ਼ੀ ਪਾਇਆ ਗਿਆ ਸੀ। ਤੇ ਇਸ ਤੋਂ ਬਾਅਦ ਜਦੋਂ ਇੱਕ ਪੁਲਿਸ ਅਧਿਕਾਰੀ ਉਸ ਡਰਾਈਵਰ ਦੇ ਕੋਲ ਪਹੁੰਚਿਆ ਤੇ ਇਸ ਦੇ ਨਾਲ ਹੀ ਹੋਰ ਪੁਲਿਸ ਅਧਿਕਾਰੀ ਵੀ ਮੌਕੇ ਦੇ ਉੱਤੇ ਆ ਗਏ ਤੇ ਉੱਥੇ ਪਾਇਆ ਗਿਆ ਕਿ ਉਹ ਡਰਾਈਵਰ ਸ਼ਾਇਦ ਨਸ਼ੇ ਦੇ ਵਿੱਚ ਸੀ, ਜਿਸ ਤੋਂ ਬਾਅਦ ਇੱਕਦਮ ਉਸ ਡਰਾਈਵਰ ਨੇ ਵੈਨ ਨੂੰ ਚਲਾ ਲਿਆ, ਜਿਸ ਤੋਂ ਬਾਅਦ ਵਿਕਟੋਰੀਆ ਪੁਲਿਸ ਦੇ ਅਧਿਕਾਰੀ ਨੂੰ ਉਹ ਕੁਝ ਮੀਟਰ ਤੱਕ ਘਸੀਟਦਾ ਹੋਇਆ ਲੈ ਗਿਆ ਤੇ ਅੱਗੇ ਜਾ ਕੇ
ਪੁਲਿਸ ਅਧਿਕਾਰੀਆਂ ਨੇ ਉਸ ਵੈਨ ਨੂੰ ਦੋਵੇਂ ਪਾਸਿਓਂ ਘੇਰ ਲਿਆ ਕਿਉਂਕਿ ਉਹ ਇੱਕ ਘਰ ਦੇ ਡਰਾਈਵੇ ਦੇ ਉੱਤੇ ਪਾਰਕ ਕੀਤੀਆਂ ਹੋਈਆਂ ਗੱਡੀਆਂ ਦੇ ਵਿੱਚ ਵੈਨ ਨੂੰ ਲੈ ਕੇ ਜਾ ਵੱਜਿਆ ਸੀ। ਜਦੋਂ ਉੱਥੇ ਪੁਲਿਸ ਅਧਿਕਾਰੀ ਪਹੁੰਚੇ, ਉਹਨਾਂ ਨੇ ਡਰਾਈਵਰ ਨੂੰ ਟੀਜ਼ਰ ਦੇ ਨਾਲ ਵਰਤੋਂ ਕਰਕੇ ਗ੍ਰਿਫਤਾਰ ਕੀਤਾ, ਜਿਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਫੀ ਮੁਸ਼ਕਲ ਆਈ, ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਨੇ ਰਿਪੋਰਟ ਦੇ ਵਿੱਚ ਬਿਆਨ ਕੀਤਾ ਹੈ, ਜਿਸ ਨੂੰ ਕਿ ਤੁਰੰਤ ਜੇਲ੍ਹ ਦੇ ਵਿੱਚ ਲਿਜਾਇਆ ਗਿਆ। ਇਸ ਮਾਮਲੇ ਦੇ ਉੱਤੇ ਅੱਗੇ ਹੋਰ ਜਾਂਚ ਚੱਲੇਗੀ। ਪੁਲਿਸ ਅਧਿਕਾਰੀ ਜੋ ਜ਼ਖਮੀ ਹੋਇਆ ਉਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਅੱਗੇ ਜਾਣਕਾਰੀ, ਜੋ ਇੱਕ ਔਰਤ ਦੇ ਉੱਤੇ ਕਈ ਮਾਮਲੇ ਦਰਜ ਹੋਏ ਨੇ ਜਿਸ ਨੇ ਆਪਣੇ ਨਵਜੰਮੇ ਬੱਚੇ ਨੂੰ ਕਿਤੇ ਛੱਡ ਕੇ ਆਉਣ ਦੀ ਕੋਸ਼ਿਸ਼ ਕੀਤੀ। ਵਾਟਰਲੂ ਰੀਜਨਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸੋਮਵਾਰ ਨੂੰ ਉਹਨਾਂ ਨੇ ਇੱਕ ਔਰਤ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਨੇ ਜਿਸ ਨੇ ਆਪਣੇ ਨਵਜੰਮੇ ਬੱਚੇ ਨੂੰ ਛੱਡਣ ਦੀ ਕੋਸ਼ਿਸ਼ ਕੀਤੀ। ਦਰਅਸਲ ਕਿਚਨਰ ਦੇ ਵਿੱਚ ਸਵੇਰੇ 11:10 ਦਾ ਸਮਾਂ ਸੀ ਜਦੋਂ ਇੱਕ ਔਰਤ ਇੱਕ ਘਰ ਦੇ ਅੱਗੇ ਸਟਰੋਲਰ ਵਿੱਚ ਪਾ ਕੇ ਆਪਣੇ ਨਵਜੰਮੇ ਬੱਚੇ ਨੂੰ ਛੱਡ ਕੇ ਉੱਥੇ ਤੋਂ ਜਾ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਲੋਕਾਂ ਨੇ ਫੋਨ ਕੀਤਾ। ਡਿਕਸਨ ਸਟਰੀਟ ਖੇਤਰ ਦੇ ਵਿੱਚ ਇਹ ਵਾਪਰਿਆ, ਜਿੱਥੇ ਕਿ ਪੁਲਿਸ ਨੇ ਦੱਸਿਆ ਕਿ ਜਦੋਂ ਉਹ ਔਰਤ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉੱਥੇ ਮੌਜੂਦ ਲੋਕਾਂ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਔਰਤ ਉਹਨਾਂ ਲੋਕਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦੇਣ ਲੱਗੀ। ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਪਾਇਆ, ਜਿਸ ਤੋਂ ਬਾਅਦ ਪੈਰਾਮੈਡਿਕਸ ਨੇ ਬੱਚੇ ਨੂੰ ਸੰਭਾਲਿਆ। ਪੁਲਿਸ ਦਾ ਕਹਿਣਾ ਹੈ ਕਿ ਉਸ ਔਰਤ ਦੇ ਉੱਤੇ ਕਈ ਮਾਮਲੇ ਦਰਜ ਹੋਏ ਨੇ ਜੋ ਕਿ ਕਿਚਨਰ ਦੀ ਹੀ ਰਹਿਣ ਵਾਲੀ ਹੈ ਤੇ ਉਸ ਦੀ 32 ਸਾਲ ਉਮਰ ਹੈ, ਜਿਸ ਦੀ ਪਛਾਣ ਨੂੰ ਪੁਲਿਸ ਨੇ ਚੰਦ ਤੱਕ ਫਿਲਹਾਲ ਨਹੀਂ ਕੀਤਾ, ਜਿਸ ਨੂੰ ਕਿ ਹੁਣ ਅਦਾਲਤ ਵਿੱਚ ਫਰਵਰੀ 7 ਦੇ ਦਿਨ ਪੇਸ਼ ਕੀਤਾ ਜਾਵੇਗਾ। ਅੱਗੇ ਕੋਟਵਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਜਿਸ 'ਚ 10 ਸਾਲ ਦੀ ਬੱਚੀ ਨੇ ਦਮ ਤੋੜ ਦਿੱਤਾ। ਕੋਟਵਾ ਪੈਰਾਮੈਡਿਕਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਕਿ ਸੋਮਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ 10 ਸਾਲ ਦੀ ਬੱਚੀ ਦੀ ਜਾਨ ਚਲੀ ਗਈ ਹੈ। ਟਬੋਗਨ ਹਿੱਲ ਦੇ ਉੱਤੇ ਮੂਨੀਜ਼ ਬੇ ਦੇ ਉੱਤੇ ਇਹ ਹਾਦਸਾ ਵਾਪਰਿਆ। ਦੁਪਹਿਰ ਨੂੰ 2:50 ਦਾ ਸਮਾਂ ਸੀ ਜਦੋਂ ਬੱਚੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਚਿਲਡਰਨਸ ਹਸਪਤਾਲ ਜੋ ਕਿ ਈਸਟਰਨ ਓਨਟਾਰੀਓ ਦੇ ਵਿੱਚ ਹੈ, ਉੱਥੇ ਬੱਚੀ ਨੂੰ ਪਹੁੰਚਾਇਆ ਗਿਆ ਪਰ ਉੱਥੇ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ। ਸਿਟੀ ਆਫ ਆਟਵਾ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਗੱਲ 'ਚ ਕਮੀ ਨਾ ਰਹਿ ਗਈ ਹੋਵੇ ਜਿਸ ਦੇ ਕਰਕੇ ਅਜਿਹਾ ਹਾਦਸਾ ਵਾਪਰਿਆ। ਆਟਵਾ ਪੁਲਿਸ ਨੇ ਹਿੱਲ ਨੂੰ ਫਿਲਹਾਲ ਬੰਦ ਕਰ ਦਿੱਤਾ ਹੈ। 2926 ਰਿਵਰਸਾਈਡ ਡਰਾਈਵ ਦੇ ਉੱਤੇ ਇਹ ਵਾਪਰਿਆ, ਜਿਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਪੁਲਿਸ ਸਰਵਿਸ ਯੂਨਿਟ ਦਾ ਕਹਿਣਾ ਹੈ ਕਿ ਇਸ ਹਾਦਸੇ ਨੂੰ ਵਾਪਰਦਿਆਂ ਜੇਕਰ ਕਿਸੇ ਨੇ ਵੀ ਦੇਖਿਆ ਹੋਵੇ ਤਾਂ ਉਹਨਾਂ ਦੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾਵੇ। 613 23 12 22 ਦੇ ਉੱਤੇ ਫੋਨ ਕਰਕੇ ਅੱਗੇ ਐਕਸਟੈਂਸ਼ਨ 3568 ਦੀ ਵਰਤੋਂ ਕੀਤੀ ਜਾ ਸਕਦੀ ਹੈ ਜੇਕਰ ਕਿਸੇ ਨੇ ਜਾਣਕਾਰੀ ਸਾਂਝੀ ਕਰਨੀ ਹੈ। ਓਨਟਾਰੀਓ ਤੋਂ ਹੀ ਮੱਖਣ ਚੋਰੀ ਕਰਨ ਦੇ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕਰੀਬ $2 ਲੱਖ ਦਾ ਬਟਰ ਚੋਰੀ ਕੀਤਾ ਗਿਆ ਹੈ। ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ। ਓਨਟਾਰੀਓ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕਰੀਬ $2 ਲੱਖ ਦਾ ਬਟਰ ਚੋਰੀ ਹੋ ਗਿਆ, ਜਿਸ ਦੇ ਬਾਰੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਇਸ ਚੋਰੀ ਦੇ ਬਾਰੇ ਰਿਪੋਰਟ ਇੱਕ ਟਰੱਕਿੰਗ ਫੈਸਿਲਿਟੀ ਤੋਂ ਟ੍ਰੈਂਟਨ ਓਨਟਾਰੀਓ ਦੇ ਵਿੱਚ 26 ਦਸੰਬਰ ਨੂੰ ਮਿਲੀ, ਜਿੱਥੇ ਕਿ ਉਸ ਫੈਸਿਲਿਟੀ ਦੇ ਵਿੱਚ 4 ਸ਼ੱਕੀ ਵਿਅਕਤੀ ਆਏ ਜੋ ਕਿ ਟਰੱਕ ਲੈ ਕੇ ਆਏ ਸਨ ਤੇ ਉੱਥੇ ਤੋਂ 2 ਟ੍ਰੇਲਰ ਉਹਨਾਂ ਟਰੱਕਾਂ ਦੇ ਨਾਲ ਲੈ ਗਏ ਤੇ ਉਹਨਾਂ ਟ੍ਰੇਲਰਾਂ ਦੇ ਵਿੱਚ 20,000 ਕਿਲੋ ਦੇ ਕਰੀਬ ਬਟਰ ਮੌਜੂਦ ਸੀ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਅਗਲੇ ਦਿਨ ਟੋਰਾਂਟੋ ਦੇ ਵਿੱਚ ਦਸੰਬਰ 27 ਨੂੰ ਉਹ ਟ੍ਰੇਲਰ ਮਿਲੇ ਪਰ ਉਹਨਾਂ ਦੇ ਵਿੱਚ ਬਟਰ ਨਹੀਂ ਸੀ, ਜਿਸ ਦੀ ਕੀਮਤ ਕਰੀਬ $2 ਲੱਖ ਹੈ ਜੋ ਕਿ ਚੋਰੀ ਹੋਇਆ ਹੈ। ਪੁਲਿਸ ਨੇ ਕਿਹਾ ਕਿ ਜੇਕਰ ਇਸ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ। ਇਸ ਦੇ ਨਾਲ ਹੀ ਜੇਕਰ ਅੱਗੇ ਉਹਨਾਂ ਦੇ ਵੱਲੋਂ ਉਸ ਬਟਰ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਸੇ ਵਪਾਰ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਉਹ ਸ਼ੱਕੀ ਜਾਪਦਾ ਹੈ ਤਾਂ ਵੀ ਤੁਰੰਤ ਪੁਲਿਸ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਦੱਸੀ ਜਾਵੇ। ਇਸ ਮਾਮਲੇ ਦੇ ਬਾਰੇ ਕੈਨੇਡੀਅਨ ਪ੍ਰੈਸ ਦੇ ਵੱਲੋਂ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਗਈ ਦਸੰਬਰ 29, 2021 ਨੂੰ।